मैलों पेख आवे का रंग और संग बिनसै सब संग चरण चलो मार्ग गोविंद नित पार जपिए हर बिंद कर हर करम श्रवण हर कथा हर दरगह नानक कर हर करम श्रवण हर कथा हर दरगह नानक उज्जवल मथा बेशुमार अथा अगणत अतुल यों बुलावो त्यों नानक दास बोले सतनाम वाहिगुरु जी जाके निगम दूध के ठाटा समुंद बिलोवन को माटा ताकि हो बिलोवन हारी जो मेटे गो शास तुहारी तेरी तू राम न करस पधारा जग जीवन प्राण आधारा रहाओ। वाहिगुरु जी का खालसा वाहिगुरु जी की फतेह। परम सत्कारयोग सतगुरु जी की साजी निवाजी गुरु रूप गुरु खालसा साध संगत जीओ। गुरु पातशाह जी ने बख्शिश की है सतसंगत का अमोलक समा बख्शिया है। गुरबाणी की महान कथा विचार नाल जुड़न का सुभाग प्राप्त हो रहा है। जिस बाबत सतगुरु जी आप बाणी विच फरमान कर रहे ने सब ते ऊतम हर की कथा नाम सुनत दर्द दुख लथा सुन हर कथा उतारी मैल महापुनीत भए सुख सैल। जिवें साडे शरीर नूं ਆਪਾਂ ਵਿਚਰਦੇ ਹਾਂ ਕਾਰਮਿਕ ਧੰਦਾ ਕਰਦੇ ਹਾਂ ਤਾਂ ਸਾਡੇ ਸਰੀਰ ਨੂੰ ਮੈਲ ਲੱਗਦੀ ਹੈ। ਉਹਦੇ ਨਾਲ ਸਰੀਰ ਬੋਝਲ ਹੋ ਜਾਂਦਾ ਹੈ। ਸਰੀਰ ਦੇ ਬੋਝਲ ਹੋਣ ਨਾਲ ਸਾਡਾ ਮਨ ਵੀ ਉਸ ਤਰ੍ਹਾਂ ਦੀ ਅਵਸਥਾ ਦਾ ਧਾਰਨੀ ਹੋ ਜਾਂਦਾ ਹੈ। पर जदों आपां इशनान करते हाँ शरीर चुस्त फुरत हो जाता है। उहदे नाल मन की गति विच भी फर्क पैंदा है। साडे तन ते भी असर मन ते भी असर। इसे तरह जिहड़ी विकारां दी मैल है उहदा भी साडे तन ते भी असर हुंदा है और मन ते भी। जो महाराज कह रहे ने सुन हर कथा उतारी मैल। जिवें शरीर दी मैल पानी नाल उतरदी है मन दी और तन दी विकारां दी मैल वो बाणी नाल उतरदी है। साड़ियाँ अखां नूं विकारां दी मैल है साडे कन्नां नूं विकारां दी मैल है जिस नूं महाराज इस तरह बयान करते ने नैनो नींद पर दृष्ट विकार। आपां नूं लगदा है अखां बड़ियां साफ सोहणियां ने इन्हां अखां दे विच एक नींद आई हुई है। वो किहड़ी है विकारां दी मैल दी। नैनो नींद नैना विच अखां विच नींदर है वो मैल है किहड़ी है पर दृष्ट विकार। पराए रूप नूं वेखना पराई प्रॉपर्टी धन संपदा नूं वेख के मन विच द्वेष पैदा होनी ये अखां दी विकारां दी मैल है। नैनो नींद पर दृष्ट विकार
ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਕੰਨਾਂ ਨੂੰ ਕਿਹੜੀ ਮੈਲ ਨੀਂਦਰ ਆਈ ਹੋਈ ਹੈ। ਦੂਜਿਆਂ ਦੀ ਨਿੰਦਿਆ ਸੁਣਨ ਵਿੱਚ ਸਾਡੇ ਕੰਨ ਬੜੇ ਸੁਚੇਤ ਹੋ ਜਾਂਦੇ ਨੇ, ਨਾਮ ਜਪਣ ਵਿੱਚ ਨਹੀਂ। ਇਸ ਕਰਕੇ ਸਾਨੂੰ ਆਪਾਂ ਇਹ ਕਰਮ ਕਰ ਤਾਂ ਲੈਂਦੇ ਹਾਂ, ਪਰ ਸਾਡਾ ਮਨ ਬੜਾ ਇਹਦੇ ਨਾਲ ਬੋਝਲ ਹੋ ਜਾਂਦਾ। ਆਪਾਂ ਜਿੰਨਾ ਮਰਜ਼ੀ ਮਾੜਾ ਕਰਮ ਕਰੀ ਜਾਈਏ, ਉਦੋਂ ਤਾਂ ਰਸ ਆਉਂਦਾ ਜਦੋਂ ਮਨੁੱਖ ਮਾੜਾ ਕਰਮ ਕਰਦਾ ਹੈ, ਪਰ ਜਦੋਂ ਉਹਦੀ ਮੈਲ ਮਨ ਹਟਾਉਂਦਾ ਹੈ ਫਿਰ ਬੜਾ ਦੁਖੀ ਹੁੰਦਾ ਹੈ, ਬੋਝਲ ਹੋ ਜਾਂਦਾ ਹੈ। ਉਹ ਮੈਲ ਕਿਵੇਂ ਉਤਰੇਗੀ? ਜਦੋਂ ਸਾਡੀ ਸੁਰਤ ਸ਼ਬਦ ਨਾਲ ਜੁੜੇਗੀ, ਬਾਣੀ ਨਾਲ ਜੁੜੇਗੀ, ਨਾਮ ਨਾਲ ਜੁੜੇਗੀ। ਸੁਣ ਹਰ ਕਥਾ ਉਤਾਰੀ ਮੈਲ, ਮਹਾਪੁਨੀਤ ਭਏ ਸੁਖ ਸੈਲ। ਮਹਾਪੁਨੀਤ ਪਵਿੱਤਰਤਾ ਉਹ ਆ ਜਾਂਦੀ ਜਿਹੜੀ ਕਦੇ ਨਾਸ ਨਹੀਂ ਹੁੰਦੀ। ਜਦੋਂ ਬੰਦਾ ਚੁਸਤ ਫੁਰਤ ਹੋਵੇ ਉਹਨੂੰ ਸਾਰਾ ਕੁਝ ਚੰਗਾ ਲੱਗਦਾ ਹੈ। ਬਿਮਾਰ ਬੰਦੇ ਨੂੰ ਜਾਂ ਬੋਝਲ ਹੋਏ ਬੰਦੇ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਸੁਸਤੀ ਪੈਰੀ ਬੁਰਾ ਹਾਲ ਹੋ ਰਿਹਾ ਹੈ, ਉਹਦਾ ਮੰਜੇ ਤੋਂ ਉੱਠਣ ਨੂੰ ਵੀ ਦਿਲ ਨਹੀਂ ਕਰਦਾ। ਪਰ ਜਦੋਂ ਸਰੀਰ ਚੁਸਤ ਫੁਰਤ ਹੋਵੇ ਫਿਰ ਭੱਜਿਆ ਫਿਰਦਾ ਹੈ, ਹਰ ਇੱਕ ਕੰਮ ਕਰਨ ਨੂੰ ਮਨ ਕਰਦਾ ਹੈ। ਇਸੇ ਤਰ੍ਹਾਂ ਜਦੋਂ ਆਪਾਂ ਕਥਾ ਸੁਣਾਂਗੇ ਗੁਰਬਾਣੀ ਦੀ, ਸਾਡਾ ਮਨ ਦੀ ਮੈਲ ਉਤਰੇਗੀ। ਇਹ ਮਨ ਫਿਰ ਬੰਦਗੀ ਕਰਨ ਵਾਲੇ ਪਾਸੇ ਦੌੜੇਗਾ। ਜਿਵੇਂ ਬੰਦਾ ਚੁਸਤ ਫੁਰਤ ਹੋਵੇ ਉਹ ਆਪਣੇ ਕੰਮ ਵਾਸਤੇ ਦੌੜਿਆ ਫਿਰਦਾ ਹੈ, ਅਤੇ ਜਦੋਂ ਸੁਸਤੀ ਪਈ ਹੋਵੇ ਆਪਣਾ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਭਾਵੇਂ ਆਪਣੇ ਹੀ ਘਰ ਦਾ ਕੰਮ ਕਿੰਨਾ ਵੀ ਲਾਜ਼ਮੀ ਹੈ, ਬੰਦਾ ਉੱਠਣ ਨੂੰ ਦਿਲ ਨਹੀਂ ਕਰਦਾ। ਇਸੇ ਤਰ੍ਹਾਂ ਬੰਦਗੀ ਦਾ ਕਾਰਜ ਵੀ ਤਾਂ ਹੋਵੇਗਾ ਜਦੋਂ ਆਪਾਂ ਗੁਰਬਾਣੀ ਦੀ ਕਥਾ ਨਾਲ ਜੁੜਾਂਗੇ। ਸੋ ਅੱਜ ਦੇ ਪਾਵਨ ਅੰਮ੍ਰਿਤ ਬਚਨ ਭਗਤ ਕਬੀਰ ਸਾਹਿਬ ਜੋ ਬਖਸ਼ਿਸ਼ ਕਰ ਰਹੇ ਹਨ, ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ ਔਰ ਸਾਵਧਾਨੀ ਵਰਤੀਏ ਕਿ ਸਾਡਾ ਮਨ ਇਸ ਕਥਾ ਨੂੰ ਸੁਣ ਲਵੇ, ਮਨ ਦੀ ਮੈਲ ਉਤਰ ਜਾਵੇ, ਸਾਨੂੰ ਕੁਝ ਨਾ ਕੁਝ ਪ੍ਰਾਪਤੀ ਹੋਵੇ। ਗੁਰੂ ਚਰਨਾਂ 'ਚ ਹਾਜ਼ਰੀ ਲਵਾਓ, ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਂ ਕੇ ਨਿਗਮ ਦੂਧ ਕੇ ਖਾਟਾ 655 ਅੰਗ 'ਤੇ ਭਗਤ ਕਬੀਰ ਸਾਹਿਬ ਜੀ ਸੋਠ ਰਾਗਣੀ ਦੇ ਵਿੱਚ ਫਰਮਾਨ ਕਰ ਰਹੇ ਨੇ। ਨਿਗਮ ਕਹਿੰਦੇ ਨੇ ਵੇਦਾਂ ਨੂੰ, ਧਾਰਮਿਕ ਗ੍ਰੰਥਾਂ ਨੂੰ। ਜਿਸ ਵਾਹਿਗੁਰੂ ਨਿਰੰਕਾਰ ਦੇ ਇਹ ਸਾਰੇ ਧਾਰਮਿਕ ਗ੍ਰੰਥ ਕੀ ਹਨ? ਇਹ ਸਾਰੇ ਦੁੱਧਵਾਤ ਹਨ। ਦੁੱਧ, ਇਹਨੂੰ ਬਾਣੀ ਵਿੱਚ ਅੰਮ੍ਰਿਤ ਆਖਿਆ ਗਿਆ ਹੈ। ਪਸ਼ੂ ਮਿਲੈ ਚੰਗਿਆਈਆਂ ਖੜ ਖਾਵੈ, ਅੰਮ੍ਰਿਤ ਦੇ ਦੁੱਧ ਇੱਕ ਅੰਮ੍ਰਿਤ ਮੰਨਿਆ ਗਿਆ ਹੈ। 36 ਪ੍ਰਕਾਰ ਦੇ ਪਦਾਰਥ ਇਸ ਤੋਂ ਤਿਆਰ ਹੁੰਦੇ ਨੇ। ਉਸ ਦੁੱਧ ਦੇ ਵਿੱਚ ਮੱਖਣ ਵੀ ਛੁਪਿਆ ਹੈ, ਦੇਸੀ ਘਿਓ ਵੀ ਛੁਪਿਆ ਹੈ, ਲੱਸੀ ਵੀ ਹੈ, ਦਹੀਂ ਵੀ ਹੈ। ਉਹਦੇ ਵਿੱਚੋਂ ਮਠਿਆਈਆਂ ਬਣਦੀਆਂ, ਬਰਫੀਆਂ ਕਈ ਤਰ੍ਹਾਂ ਦੀਆਂ, ਖੋਆ ਮਾਰਿਆ ਜਾਂਦਾ ਹੈ। ਉਹਦੇ ਵਿੱਚ ਬੜਾ ਕੁਝ ਛੁਪਿਆ ਹੋਇਆ ਹੈ। ਪਰ ਉਹ ਜਿਹੜਾ ਪਾਗਲ ਬੰਦਾ ਹੈ ਉਹ ਦੁੱਧ ਤੋਂ ਲਾਭ ਨਹੀਂ ਲੈ ਸਕੇਗਾ। ਜਿਹੜਾ ਬੱਚਿਆਂ ਦੀ ਬੁੱਧੀ ਵਾਲਾ ਹੈ, ਬੱਚੇ ਵੀ ਦੁੱਧ ਡੋਲ ਦਿੰਦੇ ਨੇ, ਉਹਨਾਂ ਨੂੰ ਵੀ ਪਤਾ ਨਹੀਂ ਹੁੰਦਾ ਦੁੱਧ ਵਿੱਚ ਕੀ ਕੁਝ ਛੁਪਿਆ ਹੋਇਆ ਹੈ। ਇਸੇ ਤਰ੍ਹਾਂ ਗੁਰਮੁਖੋ, ਗੁਰਬਾਣੀ ਤੋਂ ਜਿਹੜਾ ਮਾਇਆਧਾਰੀ ਪਾਗਲ ਹੋਇਆ ਬੈਠਾ ਉਹ ਵੀ ਲਾਭ ਨਹੀਂ ਲੈ ਸਕਦਾ। ਜਿਹਦੀ ਸੋਚ ਬਹੁਤ ਛੋਟੀ ਹੈ ਉਹ ਵੀ ਗੁਰਬਾਣੀ ਤੋਂ ਸਹੀ ਲਾਭ ਨਹੀਂ ਲੈ ਸਕਦਾ। ਜਿਵੇਂ ਬੱਚਿਆਂ ਦੀ ਬੁੱਧੀ ਹੈ, ਆਪਾਂ ਵੇਖਦੇ ਹਾਂ ਬੱਚੇ ਗੁਰੂ ਘਰ ਵੀ ਆ ਕੇ ਖੇਡੀ ਜਾਂਦੇ ਨੇ। ਛੋਟੇ ਜਿਹੇ ਬੱਚੇ, ਸਾਲ 2 ਸਾਲ ਦੇ, 2-4 ਸਾਲ ਦਾ, ਉਹਨੂੰ ਕੀ ਪਤਾ ਹੈ ਕਿ ਕੀਰਤਨ ਹੋ ਰਿਹਾ, ਕਥਾ ਹੋ ਰਹੀ, ਇਹਦਾ ਕੀ ਮਹੱਤਵ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਬੰਦਾ ਬੱਚਿਆਂ ਦੀ ਬੁੱਧੀ ਵਾਲਾ, ਮਨਮੁਖ ਬਾਲਕ ਬਿਰਧ ਸਮਾਨ ਹੈ, ਉਹ ਵੀ ਲਾਭ ਨਹੀਂ ਲੈ ਸਕਦਾ ਗੁਰਬਾਣੀ ਤੋਂ। ਗੁਰਬਾਣੀ ਵਾਹਿਗੁਰੂ ਪਰਮਾਤਮਾ ਦਾ ਉਹ ਅੰਮ੍ਰਿਤ ਦੁੱਧ ਪਦਾਰਥ ਹੈ ਜਿਹਦੇ ਵਿੱਚ ਬੜਾ ਕੁਝ ਛੁਪਿਆ ਹੋਇਆ ਹੈ।
ਸਮੁੰਦ ਬਲੋਵਣ ਕੋ ਮਾਟਾ। ਦੁੱਧ ਨੂੰ ਰਿੜਕਣਾ, ਉਹਦੇ ਵਾਸਤੇ ਇੱਕ ਮਟਕੀ ਚਾਹੀਦੀ, ਭਾਂਡਾ ਚਾਹੀਦਾ ਹੈ, ਜਿਹਦੇ ਵਿੱਚ ਪਾ ਕੇ ਦੁੱਧ ਨੂੰ ਮਰਿਆਦਾ ਨਾਲ, ਉਹਦੀ ਮਰਿਆਦਾ ਨਿਭਾ ਕੇ ਉਹਨੂੰ ਗਰਮ ਕਰਕੇ ਰਿੜਕਿਆ ਜਾਂਦਾ ਹੈ। ਉਹਦੇ ਵਿੱਚੋਂ ਫਿਰ ਮੱਖਣ ਬੜਾ ਕੁਝ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਪਰਮਾਤਮਾ ਦੀ ਜੋ ਬਾਣੀ ਰੂਪੀ ਧਾਰਮਿਕ ਜਿੰਨੇ ਵੀ ਗ੍ਰੰਥ ਨੇ, ਉਹਨਾਂ ਵਿੱਚ ਜੋ ਵਾਹਿਗੁਰੂ ਦੀ ਸਿਫਤ ਸਲਾਹ ਹੈ, ਵਾਹਿਗੁਰੂ ਦੀ ਉਪਮਾ ਹੈ, ਉਹ ਦੁੱਧ ਦੀ ਤਰ੍ਹਾਂ ਹੈ। ਪਰ ਉਸ ਦੁੱਧ ਤੋਂ ਲਾਭ ਕਿਵੇਂ ਲੈਣਾ ਹੈ? ਜਿਵੇਂ ਭਾਂਡੇ ਵਿੱਚ ਪਾ ਕੇ ਦੁੱਧ ਨੂੰ ਰਿੜਕਾਂਗੇ ਤਾਂ ਉਹਦੇ ਵਿੱਚੋਂ ਸਾਨੂੰ ਮੱਖਣ, ਲੱਸੀ, ਦਹੀਂ, ਦੇਸੀ ਘਿਓ ਪ੍ਰਾਪਤ ਹੋਵੇਗਾ ਨਾ। ਇਸੇ ਤਰ੍ਹਾਂ ਸਤ ਸੰਗਤ ਰੂਪੀ ਮਟਕੀ ਹੈ। ਜਿਹੜੀ ਸਤ ਸੰਗਤ ਹੈ ਨਾ, ਇਹ ਮਟਕੀ ਹੈ। ਇਹਦੇ ਵਿੱਚੋਂ ਹੀ ਜਦੋਂ ਆਪਾਂ ਸੰਗਤ ਵਿੱਚ ਆ ਕੇ ਬੈਠਾਂਗੇ ਤਾਂ ਸਾਨੂੰ ਤਤ ਵਸਤੂ ਦੀ ਪ੍ਰਾਪਤੀ ਹੋਵੇਗੀ। ਸਮੁੰਦ ਬਿਲੋਵਣ ਕੋ ਮਾਟਾ। ਦੁੱਧ ਨੂੰ ਬਲੋਵਣ ਵਾਸਤੇ, ਰਿੜਕਣ ਵਾਸਤੇ ਮਟਕੀ ਕਿਹੜੀ ਹੈ? ਸਤ ਸੰਗਤ। ਜੇ ਆਪਾਂ ਬਾਣੀ ਤੋਂ, ਰੱਬ ਦੇ ਨਾਮ ਤੋਂ ਲਾਭ ਲੈਣਾ ਤੇ ਸਾਨੂੰ ਸੰਗਤ ਕਰਨੀ ਪਵੇਗੀ। ਜਿਸ ਸਮੇਂ ਬਾਬਾ ਫਰੀਦ ਜੀ ਤਪ ਕਰਨ ਵਾਸਤੇ ਚੱਲੇ, ਜ਼ਿਕਰ ਆਉਂਦਾ ਹੈ, ਤਾਂ ਉਹਨਾਂ ਦੀ ਮਾਤਾ ਬੜੇ ਬੰਦਗੀ ਵਾਲੇ ਸਨ, ਮਹਾਂਪੁਰਖ ਸੀ, ਅੰਦਰੋਂ ਜੁੜੀ ਹੋਈ ਆਤਮਾ, ਪੂਰਨ ਮਹਾਤਮਾ ਸਨ। ਬਾਬਾ ਫਰੀਦ ਜੀ ਦੀ ਮਾਤਾ, ਮਹਾਤਮਾ ਜਿਹੜੇ ਨੇ, ਉਹਨਾਂ ਦੇ ਬਚਨ ਬੜੇ ਗੋਝ ਭਰੇ ਹੁੰਦੇ ਨੇ। ਉਹ ਕਹਿਣ ਲੱਗੇ, ਪੁੱਤ ਬੰਦਗੀ ਕਰਨ ਚੱਲਿਆ ਹੈ ਨਾ, ਇੱਕ ਤਾਂ ਇੱਦਾਂ ਕਰੀ ਜੇ ਬਈ ਕਿਲੇ ਦੇ ਵਿੱਚ ਰਹੀ। ਪਹਿਲਾਂ ਆਪਣਾ ਇਹ ਨਿਯਮ ਤੂੰ ਰੱਖਣਾ, ਕਿਲੇ ਤੋਂ ਬਾਹਰ ਨਹੀਂ ਜਾਣਾ। ਦੂਸਰਾ, 36 ਪ੍ਰਕਾਰ ਦੇ ਪਦਾਰਥ ਛਕੀ ਜੇ। ਆਰਾਮ ਕਰਨਾ ਹੈ ਤਾਂ ਮਖਮਲੀ ਸੇਜਾਂ 'ਤੇ ਆਰਾਮ ਕਰੀ, ਤਾਂ ਬੰਦਗੀ ਉੱਥੇ ਜਪ ਤਪ ਵਿੱਚ ਤਾਂ ਕਾਮਯਾਬ ਹੋਵੇਂਗਾ। ਤੇ ਬਾਬਾ ਫਰੀਦ ਜੀ ਕਹਿਣ ਲੱਗੇ, ਮਾਂ ਬਈ ਤੂੰ ਮੈਨੂੰ ਕਹਿ ਰਹੀ ਮੈਂ ਜੰਗਲ ਵਿੱਚ ਚੱਲਿਆ ਹਾਂ, ਕਿਸੇ ਮਹੱਲਾ, ਕਿਸੇ ਰਾਜੇ ਕੋਲ ਨਹੀਂ ਚੱਲਿਆ। ਉੱਥੇ ਕਿਲਾ ਕਿੱਥੇ ਮੈਨੂੰ ਮਿਲੇਗਾ? ਉੱਥੇ 36 ਪ੍ਰਕਾਰ ਦੇ ਪਦਾਰਥ, ਮਖਮਲੀ ਸੇਜਾਂ, ਇਹ ਕਿੱਥੇ ਮਿਲਣਗੀਆਂ? ਤਾਂ ਬਾਬਾ ਫਰੀਦ ਜੀ ਦੀ ਮਾਤਾ ਕਹਿਣ ਲੱਗੀ, ਪੁੱਤ ਤੂੰ ਸਮਝਿਆ ਨਹੀਂ। ਜਿਵੇਂ ਬਾਹਰਲੇ ਧਨ ਨੂੰ ਜਾਂ ਆਪਣੀ ਸਰੀਰ ਦੀ ਰੱਖਿਆ ਵਾਸਤੇ ਸਾਨੂੰ ਕਿਲੇ ਦੀ ਲੋੜ ਪੈਂਦੀ ਹੈ, ਘਰ ਦੀ ਲੋੜ ਪੈਂਦੀ ਹੈ, ਇਸੇ ਤਰ੍ਹਾਂ ਵਕਾਰਾਂ ਤੋਂ ਬਚਣ ਵਾਸਤੇ ਕਿਲਾ ਕਿਹੜਾ ਹੈ? ਸੰਗਤ। ਮਹਾਂਪੁਰਸ਼ਾਂ ਦੀ ਸੰਗਤ ਨਹੀਂ ਛੱਡਣੀ। ਕਿੰਨਾ ਵੀ ਜਪ ਤਪ ਕਰੀ, ਤੂੰ ਬੰਦਗੀ ਕਰਨ ਵਾਲਿਆਂ ਦੀ ਸੰਗਤ ਵਿੱਚ ਰਹੀਂ। ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਮੇਰ ਪਰਬਤ 'ਤੇ ਗਏ, ਸਿੱਧਾਂ ਨੇ ਸਵਾਲ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਕਿਸ ਗੱਲ ਦੀ ਖੋਜ ਵਾਸਤੇ ਘਰੋਂ ਤੁਰੇ ਹੋ ਤੁਸੀਂ? ਕਿਸ ਕਾਰਨ ਇਹ ਭੇਖ ਉਦਾਸੀ, ਕਿਉਂ ਭੇਖ ਧਾਰਨ ਕਰਨ ਕੀਤਾ ਹੈ? ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਗੁਰਮੁਖ ਖੋਜਤ ਭਏ ਉਦਾਸੀ। ਗੁਰਮੁਖਾਂ ਦੀ ਖੋਜ ਕਰਨ ਵਾਸਤੇ ਘਰੋਂ ਤੁਰੇ ਹਾਂ ਅਸੀਂ, ਰੱਬ ਦੇ ਪਿਆਰਿਆਂ ਨੂੰ ਮਿਲਣ ਵਾਸਤੇ। ਬੜੀ ਬੜੀ ਬੰਦਗੀ ਵਾਲੇ ਉਹਨਾਂ ਨੂੰ ਮਿਲਣ ਵਾਸਤੇ ਕਿੱਥੇ ਕਿੱਥੇ ਬੈਠੇ ਨੇ। ਗੁਰਮੁਖਾਂ ਦੀ ਖੋਜ ਕਰਨ ਵਾਸਤੇ ਉਹਨਾਂ ਦੀ ਖੋਜ ਕੀਤੀ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਸੰਸਾਰ ਦੇ ਭਲੇ ਵਿੱਚ ਲੱਗੋ, ਸਾਰੇ ਬੰਦਗੀ ਆਪ ਕਰਦੇ ਹੋ, ਲੋਕਾਂ ਨੂੰ ਵੀ ਬੰਦਗੀ ਨਾਲ ਜੋੜੋ। ਤਾਂ ਇਸੇ ਤਰ੍ਹਾਂ ਬਾਬਾ ਫਰੀਦ ਜੀ ਦੀ ਮਾਤਾ ਕਹਿਣ ਲੱਗੀ, ਕਿਲਾ ਕਿਹੜਾ? ਸਤ ਸੰਗਤ ਰੂਪੀ ਕਿਲਾ। ਜਿਹੜਾ ਬੰਦਾ ਸਤ ਸੰਗਤ ਕਰਦਾ ਰਹੇਗਾ, ਉਹਦੇ 'ਤੇ ਵਕਾਰ ਹਾਵੀ ਨਹੀਂ ਹੋਣਗੇ। ਜੇ ਇਕੱਲਾ ਬੈਠਾ ਬੰਦਗੀ ਕਰਦਾ, ਸੰਗਤ ਨਹੀਂ ਕਰਦਾ, ਉਹਦੇ 'ਤੇ ਵਕਾਰ ਹਾਵੀ ਹੋ ਜਾਂਦੇ ਨੇ। ਕਿਉਂਕਿ ਸੰਗਤ ਵਿੱਚ ਆ ਕੇ ਪਤਾ ਲੱਗਦਾ ਹੈ ਕਿ ਮੇਰੇ ਤੋਂ ਹੋਰ ਵੀ ਜ਼ਿਆਦਾ ਬੰਦਗੀ ਕਰਨ ਵਾਲੇ ਬੈਠੇ ਨੇ। ਦੂਸਰਾ, 36 ਪ੍ਰਕਾਰ ਦੇ ਪਦਾਰਥ, ਜੇ ਤੁਹਾਨੂੰ ਭੁੱਖ ਲੱਗੀ ਹੈ, ਕੁਝ ਖਾਓਗੇ ਤਾਂ ਉਹ 36 ਪ੍ਰਕਾਰ ਦੇ ਪਦਾਰਥਾਂ ਦਾ ਸਵਾਦ ਦੇਵੇਗਾ। ਭੁੱਖ ਹੈ ਨਹੀਂ, ਵਧੀਆ ਤੋਂ ਵਧੀਆ ਪਦਾਰਥ ਵੀ ਸਵਾਦ ਨਹੀਂ ਦਿੰਦੇ। ਭਾਵ ਬਾਬਾ ਫਰੀਦ ਜੀ ਦੀ ਮਾਂ ਕਹਿਣ ਲੱਗੀ, ਪੁੱਤ ਜਦੋਂ ਭੁੱਖ ਲੱਗੇ ਉਦੋਂ ਬਸ ਲੋੜ ਮਾਤਰ ਹੀ ਛਕਣਾ। ਤੀਸਰਾ,
ਐਵੇਂ ਹੀ ਲੰਮਾ ਨਹੀਂ ਪਿਆ ਰਹਿਣਾ। ਜਦੋਂ ਨੀਂਦ ਦੇ ਝੂਟੇ ਆਉਣ ਲੱਗ ਜਾਣ ਬੰਦਗੀ ਕਰਦਿਆਂ ਫਿਰ ਲੰਮਾ ਪੈਣਾ। ਅਤੇ ਉਹ ਨੀਂਦ ਭਾਵੇਂ ਰੋੜਾਂ 'ਤੇ ਵੀ ਬੰਦਾ ਪਿਆ ਹੋਵੇ ਨਾ, ਉਹ ਇੱਦਾਂ ਆਉਂਦੀ ਜਿਵੇਂ ਬੰਦਾ ਮਖਮਲੀ ਸੇਜ 'ਤੇ ਪਿਆ ਹੋਵੇ। ਨਹੀਂ ਤਾਂ ਆਪਾਂ ਤੁਹਾਨੂੰ ਪਤਾ ਹੀ ਹੈ, ਦੱਸਣ ਦੀ ਬਹੁਤੀ ਲੋੜ ਨਹੀਂ। ਅਮੀਰ ਲੋਕ ਉਹ ਰਾਤ ਨੂੰ ਨੀਂਦ ਦੀ ਗੋਲੀ ਵੀ ਖਾਂਦੇ ਨੇ, ਇੰਜੈਕਸ਼ਨ ਵੀ ਲਾਉਂਦੇ, ਨੀਂਦ ਫਿਰ ਨਹੀਂ ਆਉਂਦੀ। ਮਹਿੰਗੇ ਤੋਂ ਮਹਿੰਗੇ ਬੈੱਡ ਸੇਜਾਂ ਨੇ, ਨੀਂਦ ਫਿਰ ਵੀ ਨਹੀਂ ਆਉਂਦੀ। ਤੋ ਇਸ ਤਰ੍ਹਾਂ ਸਤ ਸੰਗਤ ਰੂਪੀ ਕਿਲਾ ਹੈ। ਇੱਥੇ ਸਤ ਸੰਗਤ ਰੂਪੀ ਮਟਕੀ ਬਾਬਾ ਕਬੀਰ ਸਾਹਿਬ ਜੀ ਕਹਿ ਰਹੇ ਨੇ, ਸੰਗਤ ਵਿੱਚ ਆਓਗੇ ਤਾਂ ਤੁਹਾਡਾ ਮਨ ਬਾਣੀ ਨਾਲ ਜੁੜੇਗਾ। ਬਾਣੀ ਵਿੱਚੋਂ ਕੁਝ ਨਾ ਕੁਝ ਪ੍ਰਾਪਤੀ ਹੋਵੇਗੀ। ਜਿਵੇਂ ਆਪਾਂ ਦੁੱਧ ਰਿੜਕੀਏ, ਦੁੱਧ ਨੂੰ ਗਰਮ ਕਰੀਏ, ਦਹੀਂ ਬਣੇਗਾ, ਮੱਖਣ, ਲੱਸੀ, ਦੇਸੀ ਘਿਓ। ਇਸੇ ਤਰ੍ਹਾਂ ਬਾਬਾ ਕਬੀਰ ਸਾਹਿਬ ਜੀ ਕਹਿ ਰਹੇ ਹਨ, ਸਮੁੰਦ ਬਲੋਵਣ ਕੋ ਮਾਟਾ। ਦੁੱਧ ਨੂੰ ਰਿੜਕਣ ਵਾਸਤੇ ਗੁਰੂ ਦੀ ਸੰਗਤ ਇੱਕ ਮਟਕੀ ਹੈ। ਤਾਂ ਕਿ ਹੋ ਬਲੋਵਣ ਹਾਰੀ, ਹੇ ਆਤਮਾ, ਹੇ ਜਿੰਦੇ, ਤੂੰ ਐਸੇ ਨਾਮ ਬਾਣੀ ਦੇ ਦੁੱਧ ਨੂੰ ਰਿੜਕਣ ਵਾਲੀ ਬਣ। ਭਾਵ ਜਿਵੇਂ ਦੁੱਧ ਵਿੱਚ ਮਧਾਣੀ ਪਾ ਕੇ ਘੁਮਾਈ ਜਾਂਦੀ ਹੈ, ਫਿਰ ਪ੍ਰਾਪਤ ਹੁੰਦਾ ਵਿੱਚੋਂ ਮੱਖਣ। ਇਸੇ ਤਰ੍ਹਾਂ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ, ਵਾਰ-ਵਾਰ ਅਭਿਆਸ ਕਰ। ਆ ਜਿਹੜੀਆਂ ਭੈਣਾਂ ਬੀਬੀਆਂ ਨੇ ਮਧਾਣੀ ਹੱਥ ਨਾਲ ਚਲਾਈ ਹੋਈ, ਉਹਨਾਂ ਨੂੰ ਪਤਾ ਹੈ ਕਿ ਇੱਕ ਦੋ ਗੇੜਾ ਦੇਣ ਨਾਲ ਮੱਖਣ ਨਹੀਂ ਪੈਦਾ ਹੁੰਦਾ, ਲਗਾਤਾਰ ਮਧਾਣੀ ਘੁਮਾਉਣੀ ਪੈਂਦੀ ਹੈ ਨੇਤਰੇ ਦੇ ਨਾਲ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੱਸਿਆ ਹੈ, ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੈ ਕੋ ਜਾਵੋ, ਦੂਧ ਕਰਮ ਗੁਣ ਸੁਰਤ ਸਮਾਇਨ ਹੋਏ, ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਇਹ ਮਨ ਈਟੀ ਹਾਥ ਕਰੋ, ਉਹ ਨੇਤਰੋ ਨੀਂਦ ਨ ਆਵੈ, ਰਸਨਾ ਨਾਮ ਜਪੋ ਤਾਂ ਮਤੀਐ, ਇਨ ਵਿਦ ਅੰਮ੍ਰਿਤ ਪਾਵੋ। ਮਹਾਰਾਜ ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ, ਨੇਤਰਾ ਕਿਹੜਾ ਹੋਣਾ ਚਾਹੀਦਾ ਹੈ। ਈਟੀਆਂ ਕਿਹੜੀਆਂ ਹੋਣੀਆਂ? ਈਟੀਆਂ ਉਹ ਲੱਕੜ ਦੀਆਂ ਗੱਤੀਆਂ ਜਿਨ੍ਹਾਂ ਨਾਲ ਨੇਤਰਾ ਰੱਸੀ ਬੰਨ੍ਹੀ ਹੁੰਦੀ ਹੈ ਅਤੇ ਕਦੇ ਉਸ ਪਾਸੇ ਕਦੇ ਉਸ ਪਾਸੇ ਉਹਨੂੰ ਘੁਮਾਇਆ ਜਾਂਦਾ ਹੈ। ਉਹ ਮਧਾਣੀ ਨੂੰ ਫਿਰ ਘੁਮਾਉਂਦੀ ਹੈ ਰੱਸੀ। ਇਹ ਮਨ ਈਟੀ ਹਾਥ ਕਰੋ, ਹੁਣ ਨੇਤਰੋ ਨੀਂਦ ਨਾ ਆਵੇ। ਨੇਤਰਾ ਕਿਹੜਾ ਹੋਵੇ? ਤਾਂ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਇੱਥੇ ਉਹ ਬਖਸ਼ਿਸ਼ ਕਰ ਰਹੇ ਨੇ, ਹੇ ਜਿੰਦੇ ਤੂੰ ਨਾਮ ਬਾਣੀ ਦੇ ਨਾਲ ਜੁੜ। ਭਾਵ ਨਾਮ ਬਾਣੀ ਦਾ ਅਭਿਆਸ ਵਾਰ-ਵਾਰ ਕਰ। ਆਪਾਂ ਇੱਕ ਦੋ ਦਿਨ ਅਭਿਆਸ ਕਰਕੇ ਕੁਝ ਪ੍ਰਾਪਤੀ ਨਹੀਂ ਹੁੰਦੀ। ਜਿਵੇਂ ਦੁੱਧ ਵਿੱਚੋਂ ਮੱਖਣ ਪ੍ਰਾਪਤ ਕਰਨਾ, ਲਗਾਤਾਰ ਉਹਨੂੰ ਰਿੜਕਣਾ ਪੈਂਦਾ ਹੈ, ਕੁਝ ਮਿੰਟ, ਕੁਝ ਸਮਾਂ, ਫਿਰ ਜਾ ਕੇ ਉਹਦੇ ਵਿੱਚੋਂ ਮੱਖਣ ਪ੍ਰਾਪਤ ਹੁੰਦਾ ਹੈ। ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਭਾਂਡਾ ਜਿਹਦੇ ਵਿੱਚ ਦੁੱਧ ਗਰਮ ਕੀਤਾ ਜਾਂਦਾ ਹੈ, ਉਹ ਭਾਂਡਾ ਵੀ ਸਾਫ਼ ਹੋਣਾ ਚਾਹੀਦਾ, ਉਹ ਵੀ ਉਹਦੀ ਮਰਿਆਦਾ ਹੈ। ਫਿਰ ਉਹਦੀ ਰਾਖੀ ਵੀ ਕੀਤੀ ਜਾਂਦੀ, ਰਾਤ ਨੂੰ ਬਿੱਲੀ ਬੁੱਲੀ ਡੋਲ ਨਾ ਜਾਵੇ, ਰਾਖੀ ਵੀ ਹੈ। ਇਸੇ ਤਰ੍ਹਾਂ ਬਾਣੀ ਪੜ੍ਹਦਿਆਂ ਮਰਿਆਦਾ, ਸੰਜਮ, ਬੜਾ ਕੁਝ ਸੂਖਸ਼ਮ ਰੂਪ ਦੇ ਵਿੱਚ ਧਾਰਨ ਕਰਨਾ ਪੈਂਦਾ ਹੈ। ਫਿਰ ਜਦੋਂ ਇਸ ਤਰ੍ਹਾਂ ਬਾਣੀ ਦਾ ਅਭਿਆਸ ਕਰੋਗੇ, ਪ੍ਰਾਪਤੀ ਹੋਵੇਗੀ। ਕਿਉ ਮੇਟੈ ਗੋ ਸਾਸ ਤੁਹਾਰੀ, ਜੇ ਬਾਣੀ ਪੜ੍ਹਦਿਆਂ ਬੰਦਗੀ ਕਰਦਿਆਂ ਬਹੁਤਾ ਕੁਝ ਤੈਨੂੰ ਨਾ ਵੀ ਪ੍ਰਾਪਤ ਹੋਇਆ, ਸਾਸ ਲੱਸੀ ਤਾਂ ਪ੍ਰਾਪਤ ਹੋ ਹੀ ਜਾਵੇਗੀ। ਭਾਵ ਤੈਨੂੰ ਸਧਾਰਨ ਆਨੰਦ ਤਾਂ ਪ੍ਰਾਪਤ ਹੋਵੇਗਾ ਹੀ ਹੋਵੇਗਾ ਬਾਣੀ ਪੜ੍ਹਨ ਦੇ ਨਾਲ। ਜੇ ਬਹੁਤੀ ਵੱਡੀ ਪ੍ਰਾਪਤੀ ਨਹੀਂ ਵੀ ਹੋਈ ਤਾਂ ਵੀ ਤੈਨੂੰ ਕੁਝ ਨਾ ਕੁਝ ਪ੍ਰਾਪਤੀ ਹੋਵੇਗੀ, ਵਿਅਰਥ ਨਹੀਂ ਜਾਵੇਗਾ। ਸਤ ਸੰਗਤ ਵਿੱਚ ਆਇਆ ਹੋਇਆ, ਬਾਣੀ ਦਾ ਕੀਤਾ ਹੋਇਆ ਅਭਿਆਸ, ਇਹਦਾ ਲਾਭ ਸਾਨੂੰ ਮਿਲਣਾ ਹੀ ਮਿਲਣਾ ਹੈ। ਇਹ ਵਿਅਰਥ ਨਹੀਂ ਜਾਵੇਗਾ, ਬਹੁਤਾ ਕੁਝ ਨਹੀਂ। ਕਿਉਂਕਿ ਸਾਡੀ ਇੰਨੀ ਜਿਹੜੀ ਹੈ ਸਾਧਨਾ ਨਹੀਂ ਹੈ, ਸੁਖਤਾ ਨਹੀਂ ਹੈ, ਜਿੰਨੀ ਸਾਨੂੰ ਸੰਜਮਤਾ, ਗੂੜਤਾ ਵਰਤਣੀ ਚਾਹੀਦੀ ਹੈ, ਉਹਨਾਂ ਸਾਡਾ ਮਨ ਔਰ ਤਨ ਤਿਆਰ ਨਹੀਂ ਹੈ। ਸਕੂਲ ਵਿੱਚ ਕਿੰਨੇ ਬੱਚੇ ਪੜ੍ਹਨ ਜਾਂਦੇ ਨੇ, ਸਾਰੇ ਬੱਚਿਆਂ ਦਾ ਧਿਆਨ ਪੂਰਾ ਪੜ੍ਹਾਈ ਵੱਲ ਨਹੀਂ ਹੁੰਦਾ। ਸਾਰੇ ਪੜ੍ਹ ਕੇ ਥੋੜ੍ਹਾ ਡਾਕਟਰ ਬਣ ਜਾਂਦੇ ਨੇ, ਕਿਉਂਕਿ ਓਨੀ ਸਾਵਧਾਨੀ, ਓਨੀ ਲਗਨ ਨਹੀਂ ਹੁੰਦੀ।
ਇਸੇ ਤਰ੍ਹਾਂ ਸੰਗਤ ਵਿੱਚ ਵੀ ਆਉਂਦੇ ਨੇ ਗੁਰਮੁਖ, बड़े बड़े बाणी पढ़न वाले भी होंगे ने। सारिਆਂ ਦੀ ਇੱਕੋ जी साधना नहीं होंगी, वो प्राप्ति उस तरह की नहीं। फिर भी ਜਿਹੜਾ ਸਕੂਲ भी जा रहा कम से कम जे पास हो गया ना ਤਾਂ भी कुछ ना कुछ तो वो वैल्यू बन जाती है भी ये बच्चा 10 पढ़िया जी, ये 12 पढ़िया, +2 की है। तो भगत कबीर साहब जी फरमान कर रहे ने, चेरी तू राम ना कर सपधारा, हे जिंदे तू क्यों नहीं रब नूं अपना मालक बना लैंदी। भाव उस मालक वाहिगुरू दे नाल क्यों नहीं जुड़ रही। जगजीवन प्राण आधारा, जो सारे ही जगत के जीवन का प्राणा का आधार है, सारियां दे प्राणा का आधार है। तू उस मालक वाहिगुरू दे नाल क्यों नहीं जुड़ रही। जिवें आपां कोई बंदा चंगा काम ना करे, बैठा ही रहे, आपां उहनूं कहने आ भी की कारण है, दस इन्ना वधिया काम है तू क्यों नहीं करदा ये काम। अपने बच्चे ना किसी पासे नौकरी लगन, चंगी नौकरी मिल रही होवे ते आपां कहने तू कारण दस भी तू वेला घरे बैठा है, गल दस की गल है, इन्नी वधिया नौकरी, इन्नी वधिया सैलरी, इन्ना कुछ है, तू क्यों नहीं कर रहा। इसे तरह भगत कबीर साहब जी कहते तू कारण दस जिंदे क्यों नहीं रब की बंदगी करदी। रब की बंदगी करन नाल तां सारा कुछ मिलता है, तू क्यों नहीं वाहिगुरू परमात्मा के नाम नूं जप रही रहा हो। विश्राम दे के कहते ने तेरे गले तोग पग बेरी, तू याद कर वाहिगुरू का नाम नहीं जपिया ना, पहला भी तू पता नहीं किन्नियां जूनियां विच घूम के आई है। तेरे गले तोक, तोक पता है किहनूं कहंदे ने, जिवें वो कैदी जिन्हां दे गल विच गोल कड़ा पाया हुंदा सी, ਉਹਦੇ नाल संगली बझी हुंदी सी ते पैरां नूं बेड़ियां पाईयां हुंदी। जिहड़े कैदी दा इस तरह जिहड़े कैदी नूं ਨੂੜਿਆ होवे, ਉਹਦੇ गल विच भी गला कड़ा हुंदा वड्डा सारा, ਉਹਦੇ ਪੈਰਾਂ ਨੂੰ ਵੀ ਬੇੜੀਆਂ ਪਾਈਆਂ ਹੁੰਦੀਆਂ ਨੇ, ਹੱਥਾਂ ਨੂੰ ਹੱਥ ਕੜੀਆਂ ਲੱਗੀਆਂ ਹੁੰਦੀਆਂ ਨੇ। ਭਗਤ ਕਬੀਰ ਸਾਹਿਬ ਕਹਿੰਦੇ ਇਸੇ ਤਰ੍ਹਾਂ ਹੇ ਜਿੰਦੇ, ਹੇ ਜੀਵਾਤਮਾ, ਤੇਰੇ ਗਲੇ ਤੋਕ ਪੱਗ ਬੇਰੀ। ਉਹ ਸਮੇਂ ਨੂੰ ਯਾਦ ਕਰ ਜਦੋਂ ਤੇਰੇ ਗਲੇ ਵਿੱਚ ਕਰਮਾਂ ਦਾ ਗਲਾ ਜਿਹੜਾ ਕੜਾ ਪਿਆ ਹੋਇਆ ਸੀ ਔਰ ਤ੍ਰਿਸ਼ਨਾ ਵਾਸ਼ਨਾ ਦੀਆਂ ਤੈਨੂੰ ਬੇੜੀਆਂ ਪਈਆਂ ਹੋਈਆਂ ਸੀ। तू घर घर रमईए फेरी ते परमात्मा के हुक्म विच उन्हां कर्मां नूं भुगतदियां होइयां तू 84 लाख जूनियां दे घर घर विच फिरी है। तू अजो ना चेत सचेरी, तू हुण क्यों नहीं तैनूं मौका मिलिया है उस गुलामी विचों बाहर निकलण दा। सानूं अंतरीव भाव दे बंधन पए होए ने, आपां सारियां दे गल विच ना वो कड़ा पिया होया है। पैरां नूं बेड़ियां बंधना दियां पईयां होईयां ने, सानूं वो दिखाई नहीं दे रहीआं। माड़े कर्मां दे सानूं बंधन पए होए ने, जिस करके आपां जे अंमृत वेले नहीं उठदे जां साडे जीवन विच कुछ तरक्की नहीं हो रही, उहदा कारण सानूं वो माड़े कर्म घेरी बैठे ने। वो मिट सकदे ने जेकर आपां पुकार करिए। जिवें कोई बंदा खूह विच गिरिया होवे तो वो जे चुप करके बैठा रहेगा विचे दुखी हुंदा रहेगा, पर जे वो पुकार करी उच्ची उच्ची रोड़ा पाई जावे, कोई ना कोई कोलों लंघेगा, वेखेगा बंदा विच गिरिया कढ़ेगा बाहर। इस तरह भगत कबीर साहब जी कहते कबीर केसो केसो कूकीए ना सोईए आसार। आपां नूं ठीक है साडे माड़े कर्मां ने घेरिया होया है, दुख लगे ने, रोग लगे ने, विपता पई, संकट पे ने, पर उच्ची उच्ची पुकारो वाहिगुरू वाहिगुरू आखो। कबीर केसो केसो कूकीए ना सोईए आसार, रात दिवस के कूकने कबू के सुने पुकार। कोई पता नहीं उन्हें कदों पुकार सुन लैनी है। जपी चलो वाहिगुरू वाहिगुरू, पढ़ी चलो बाणी। खूह विच डिग्गिया होया बंदा रोला पाई जावे, कोई ना कोई ते लंघेगा, कोलों आवाज़ सुनेगा ते बाहर कढ़ेगा। उच्ची उच्ची पुकार करी चलो, ओ वाहिगुरू जरूर बख्शिश करेगा। भगत कबीर साहब जी कहते हे जीवात्मा तू अजो ना चेत सचेरी।
तू क्यों नहीं सेवक बन के चेरी मैंने चेली सेवक भाव दे विच आके क्यों नहीं तेनू बाणी ते भरोसा आ रहा, नाम ते भरोसा आ रहा? क्योंकि सानू भरोसा नहीं ना आ रहा। बंदा जिवें खूह विच डिग्गिया उन्होंने भरोसा नहीं आ रहा मैं बाहर निकल सकांगा विचों। पर जे उहदे मन विच भरोसा आ जाए मैं पुकार करा कोई ना कोई ते सुनेगा ना, दृढ़ता आ गई तो फिर पुकारेगा उच्ची उच्ची। इस तरह बाणी ते भरोसा करिए, नाम जपीए। धन गुरु तेग बहादुर साहब महाराज जी कहते मन रे प्रभ की शरण विचारो, तू क्यों डोलदा है देख, जे सिमरत गणका सी उदरी ताको जस उर धारो। गणका जिहने बड़ा पाप कीता जीवन विच, जिहदे बारे किहा ही नहीं जा सकदा भी इहदा भला हो सकदा है, पर जदों उहने भी रब नूं चेते कीता ते रब ने उहदा भी भला कर दिता। तेरा क्यों नहीं भला होवेगा? तू भी वाहिगुरू दे नाम नूं पुकारना कर। तू जम बपरी है हेरी, हे जीवात्मा हर समय तेनू जम वेख रहा है। जे नाम ना जपिया उन्हें तेनू अपना ग्राही बना लेना है। उन्हें हर समय तेरे वाल ताक लाई हुई है। जे उहदे तो बचना है तो वाहिगुरू दे नाम नू जपना कर। प्रभ करण करावण हारी, क्या चेरी हाथ विचारी। ਜਿਹੜੇ ਗੁਰਮੁਖ ਨਾਮ ਜਪਦੇ ਨੇ ਬੰਦਗੀ ਕਰਦਿਆਂ ਹੋਇਆਂ ਫਿਰ ਸਾਨੂੰ ਨਾ ਹੰਕਾਰ ਆ ਜਾਂਦਾ ਹੈ। ਸੰਗਤ ਤਾਂ ਹੀ ਕਰਨੀ, ਤਾਂ ਹੀ ਇਸ ਸ਼ਬਦ ਦੇ ਵਿੱਚ ਆਰੰਭ ਵਿੱਚ ਵੀ ਕਹਿਤਾ ਸੰਗਤ ਦਾ ਲੜ ਨਹੀਂ ਛੱਡਣਾ। ਬਾਣੀ ਪੜ੍ਹਦਿਆਂ ਕਦੇ ਹੰਕਾਰ ਨਹੀਂ ਕਰਨਾ ਵੀ ਮੈਂ ਤਾਂ ਜੀ 3 ਵਜੇ ਉੱਠ ਪੈਣਾ, ਮੈਂ 12 ਵਜੇ ਉੱਠ ਪੈਣਾ, ਮੈਂ ਇੰਨੇ ਪਾਠ ਕਰ ਲੈਣਾ। ਗੁਰਮੁਖ ਕੀ ਕਹਿੰਦੇ ਨੇ, ਵਾਹਿਗੁਰੂ ਤੂੰ ਹੀ ਸਾਰਾ ਕੁਝ ਕਰਨ ਕਰਾਉਣ ਵਾਲਾ, ਅਸੀਂ ਨਹੀਂ ਕਰ ਸਕਦੇ। ਪ੍ਰਭ ਕਰਨ ਕਰਾਵਣ ਹਾਰੀ, ਕਿਆ ਚੇਰੀ ਹਾਥ ਵਿਚਾਰੀਏ। ਤੇਰੀ ਦਾਸੀ ਦੇ ਹੱਥ ਵਿੱਚ ਕੁਝ ਵੀ ਨਹੀਂ ਪਰਮਾਤਮਾ, ਸਾਡੇ ਹੱਥ ਵਿੱਚ ਕੁਝ ਵੀ ਨਹੀਂ ਹੈ। ਜੇ ਬੰਦਗੀ ਕਰ ਰਹੇ ਹਾਂ, ਨਾਮ ਜਪ ਰਹੇ ਹਾਂ, ਇਹ ਸਭ ਤੇਰੀ ਬਖਸ਼ਿਸ਼ ਹੈ। ਸੋਈ ਸੋਈ ਜਾਗੀ, ਮੈਂ ਤਾਂ ਕਈ ਜਨਮਾਂ ਦੀ ਸੁੱਤੀ ਪਈ ਸੀ, ਵਾਹਿਗੁਰੂ ਤੂੰ ਜਗਾਇਆ ਮੈਨੂੰ, ਤੂੰ ਮੇਰੇ 'ਤੇ ਬਖਸ਼ਿਸ਼ ਕੀਤੀ ਹੈ। ਭਾਵ ਬੰਦਗੀ ਕਰਦਿਆਂ ਸਦਾ ਇਹ ਅਰਦਾਸ ਰੋਜ਼ ਕਰਨੀ ਹੈ, ਹੇ ਵਾਹਿਗੁਰੂ ਤੂੰ ਮੈਨੂੰ ਜਗਾਇਆ ਹੈ, ਮੈਂ ਤਾਂ ਕਈ ਜਨਮਾਂ ਦੀ ਸੁੱਤੀ ਪਈ ਸੀ। ਜਿਤ ਲਾਈ ਤਿਤ ਲਾਗੀ, ਹੁਣ ਜਿਸ ਪਾਸੇ ਤੂੰ ਮੈਨੂੰ ਲਾਇਆ ਮੈਂ ਲੱਗੀ ਹੋਈ ਹਾਂ। ਭਾਵ ਤੇਰੀ ਬੰਦਗੀ ਜੇ ਕਰ ਰਹੇ ਹਾਂ ਇਹ ਤੇਰੀ ਬਖਸ਼ਿਸ਼ ਹੈ। ਗੁਰਮੁਖ ਬੰਦਗੀ ਕਰਕੇ ਦਾਵਾ ਨਹੀਂ ਕਰਦਾ, ਇਹ ਸਾਨੂੰ ਗਿਆਨ ਸੰਗਤ ਵਿੱਚੋਂ ਮਿਲਦਾ ਹੈ। ਨਹੀਂ ਤੇ ਆਪਾਂ ਹਰ ਇੱਕ ਕਰਮ ਦਾ ਹੰਕਾਰ ਕਰਦੇ ਹਾਂ, ਹਰ ਇੱਕ ਕਰਮ ਦਾ। ਬੋਲਣ ਦਾ ਵੀ ਹੰਕਾਰ ਹੈ ਬੰਦੇ ਨੂੰ, ਵੇਖਣ ਦਾ, ਸੁਣਨ ਦਾ, ਹਰ ਇੱਕ ਕਰਮ ਦਾ ਹੰਕਾਰ। ਕਹਿੰਦਾ ਮੈਂ ਬੜਾ, ਮੇਰੀ ਨਿਗਾਹ ਬੜੀ ਹੈ, ਮੈਂ ਬੜਾ ਵਧੀਆ ਬੋਲ ਲੈਂਦਾ, ਮੇਰੇ ਵਰਗੀ ਸਰੋਤ ਕਿਸੇ ਕੋ ਨਹੀਂ, ਮੇਰੇ ਵਰਗੇ ਗੁਣ ਕਿਸੇ ਕੋ ਨਹੀਂ। ਤੋ ਗੁਰਮੁਖ ਸਦਾ ਇੱਥੇ ਆਪਣੇ ਮਨ ਨੂੰ ਰੱਖਦੇ ਨੇ, ਮਾਲਕ ਹਉ ਮੂਰਖ ਕਾਰੈ ਲਾਈਆਂ, ਨਾਨਕ ਹਰ ਕੰਮੇ। ਤੂੰ ਸਾਨੂੰ ਮੂਰਖਾਂ ਨੂੰ ਆਪਣੀ ਕਾਰ ਵਿੱਚ ਲਾਇਆ ਹੋਇਆ। ਮੂਰਖ ਬੰਦੇ ਨੂੰ ਤਾਂ ਕੋਈ ਆਪਣੇ ਘਰ ਨਹੀਂ ਵੜਨ ਦਿੰਦਾ, ਆਪਣੇ ਕੰਮ 'ਤੇ ਕਿਵੇਂ ਲਾਵੇਗਾ ਕੋਈ। ਕਦੀ ਆਪਾਂ ਮੂਰਖ ਬੰਦੇ ਨੂੰ ਆਪਣੀ ਗੱਡੀ ਫੜਾਵਾਂਗੇ, ਕਦੇ ਮੂਰਖ ਬੰਦੇ ਨੂੰ ਆਪਾਂ ਆਪਣਾ ਕੋਈ ਕੰਮ ਨਹੀਂ ਦੇਵਾਂਗੇ, ਆਪਾਂ ਨੂੰ ਪਤਾ ਖਰਾਬ ਕਰ ਦੇਵੇਗਾ। ਅਸੀਂ ਜੀਵ ਮੂਰਖ ਹਾਂ, ਸਾਨੂੰ ਵੇਖੋ ਗੁਰੂ ਗ੍ਰੰਥ ਸਾਹਿਬ ਨੇ ਆਪਣੀ ਚਰਨੀ ਲਾਇਆ ਹੋਇਆ ਹੈ। ਹਉ ਮੂਰਖ ਕਾਰੈ ਲਾਈਆਂ, ਨਾਨਕ ਹਰ ਕੰਮੇ। ਇਹ ਉਹਦੀ ਵਡਿਆਈ ਹੈ, ਇਹ ਉਹ ਹੀ ਕਰ ਸਕਦਾ ਹੈ। ਆਪਾਂ ਨਹੀਂ ਮੂਰਖ ਬੰਦੇ ਨੂੰ ਕਦੇ ਇੱਦਾਂ ਅੱਗੇ ਆਉਣ ਦੇਵਾਂਗੇ। ਇਹ ਵਾਹਿਗੁਰੂ ਦੀ ਵਡਿਆਈ ਹੈ, ਬਖਸ਼ਿਸ਼ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਚੇਰੀ ਤੈ ਸੁਮਤ ਕਹਾ ਤੇ ਪਾਈ। ਜਿਹੜੇ ਗੁਰਮੁਖ ਇਸ ਅਵਸਥਾ ਵਿੱਚ ਆ ਗਏ, ਨਾਮ ਜਪਦਿਆਂ ਉਹ ਕਹਿੰਦੇ ਅਸੀਂ ਨਹੀਂ ਕਰ ਰਹੇ, ਇਹ ਤਾਂ ਵਾਹਿਗੁਰੂ ਦੀ ਵਡਿਆਈ ਹੈ, ਸਤਿਗੁਰੂ ਦੀ ਵਡਿਆਈ ਹੈ। ਅਤੇ ਨਵੇਂ ਜਗਿਆਸੂ ਉਹਨੂੰ ਪੁੱਛਦੇ ਨੇ, ਉਹਨਾਂ ਗੁਰਮੁਖਾਂ ਨੂੰ, ਤੁਹਾਨੂੰ ਇਹ ਸਮੱਤ ਕਿੱਥੋਂ ਆਈ ਹੈ ਵੀ ਇੰਨੀ ਬੰਦਗੀ ਕਰਕੇ ਤੁਹਾਡੇ ਅੰਦਰ ਹੰਕਾਰ ਹੀ ਨਹੀਂ ਹੈ, ਸੇਵਾ ਕਰਕੇ ਤੁਹਾਡੇ ਅੰਦਰ ਹੰਕਾਰ ਹੀ ਨਹੀਂ ਹੈ। ਤਾਂ ਉਹ ਗੁਰਮੁਖ ਦੇ ਕੋਲੇ ਸਵਾਲ ਰੱਖਿਆ, ਚੇਰੀ ਤੈਂ ਸਮੱਤ ਕਹਾਂ ਤੇ ਪਾਈ, ਜਾਂ ਤੇ ਭਰਮ ਕੀ ਲੀਕ ਮਟਾਈ।
जिस करके तेरे अंदरों भरम मिट गया। किहड़ा भरम? जां तां आपां कहांगे रब तू करता है जां मैं करता हाँ। ਜਦੋਂ तक साडे अंदर मैं है ना, उदों आपां रब की बंदगी नहीं कर सकते। भावें आपां बाणी पढ़ रहे हैं पर होमै होण करके बंदगी नहीं हो रही। हो जिवें भगत रविदास जी कहते, जब हम होते तब तू नाही, अब तू ही मैं नाही। अनल अगम जैसे लहर में उदत जल केवल जल माही। जब लग मेरी मेरी करे तब लग काज एक नहीं सरै। ਆਪਾਂ तो इतों तक दावा करते हाँ ये गुरुद्वारा साडा। ये भी तो एक मूर्खता का लक्षण है ना। गुरुद्वारा किहदा? गुरु का। आपां दावा कर लेंदे तू साडे गुरुद्वारे आई है। भाव साडे अंदर होमै किन्नी सूक्ष्म रूप दे विच गई हुई है कि आपां कब्जा कर लेंदे हाँ, ये साडा, ये साडा, ये मेरा, ये मेरा। गुरमुखां जिन्हां ने बंदगी की वो कहते नहीं ये सब तेरा, ये सब तेरा। तेरा कबीर तू तू करता तू आ, मुझ मेरा न हूँ। जब आपा पर का मिट गया, जब देखो तत तू। साडे अंदर होमै बड़ी है सूक्ष्म तो सूक्ष्म रूप दे विच। तां जिन्हां नूं प्राप्ति हो गई वो कहते नहीं भाई ये सब कुछ गुरु दा है, सारा कुछ ही उहदा है। ਤਾਂ ਉਹਨੂੰ ਪੁੱਛਿਆ ਜਾਂਦਾ ਵੀ ਤੇਰੇ ਅੰਦਰੋਂ ਇਹ ਭਰਮ ਕਿਵੇਂ ਮਿਟਿਆ, ਮੈਂ ਮੇਰੀ ਕਿਵੇਂ ਮਿਟ ਗਈ ਇਹ ਸਭ। ਸੋ ਰਸ ਕਬੀਰੈ ਜਾਣਿਆ, ਤੇ ਸ੍ਰੇਸ਼ਟ ਰਸ ਨੂੰ ਤੁਸੀਂ ਜਾਣਿਆ ਹੈ। ਉਹ ਕਿਵੇਂ ਜਾਣਿਆ ਹੈ? ਤਾਂ ਭਗਤ ਕਬੀਰ ਸਾਹਿਬ ਇਹਦਾ ਜਵਾਬ ਦਿੰਦੇ ਨੇ, ਮੇਰੋ ਗੁਰ ਪ੍ਰਸਾਦ ਮਨ ਮਾਨਿਆ। ਇਹ ਗੁਰੂ ਦੀ ਕਿਰਪਾ ਹੋਈ, ਇਹ ਮੇਰੇ ਅੰਦਰੋਂ ਜਿਹੜੀ ਹੋਮੈ ਵੀ ਮਿਟੀ ਹੈ ਮੇਰੇ ਗੁਰੂ ਨੇ ਕਿਰਪਾ ਕਰ ਦਿੱਤੀ, ਗੁਰੂ ਨੇ ਬਖਸ਼ਿਸ਼ ਕਰ ਦਿੱਤੀ। ਜਿਵੇਂ ਹੁਣ ਦੇਖੋ ਕੱਲ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੁਰਗੱਦੀ ਪੁਰਬ ਸੀ ਨਾ। ਭਾਈ ਰਾਮਾ ਜੀ ਬੀਬੀ ਦਾਨੀ ਦੇ ਘਰ ਵਾਲੇ ਨੇ, ਗੁਰੂ ਅਮਰਦਾਸ ਜੀ ਦੇ ਵੱਡੇ ਦਾਮਾਦ ਹਨ। ਸੇਵਾ ਕੋਈ ਫਰਕ ਨਹੀਂ ਹੈ। ਗੁਰੂ ਰਾਮਦਾਸ ਮਹਾਰਾਜ ਜਿੰਨੀ ਹੀ ਉਹ ਸੇਵਾ ਕਰਦੇ ਸਨ, ਦਿਨ ਰਾਤ ਉਹ ਵੀ ਲੱਗੇ ਰਹਿੰਦੇ ਸਨ ਸੇਵਾ ਵਿੱਚ। पर इत्थे आके चक्कर पै गया सेवा मैं कर रहा हाँ। तो गुरु रामदास महाराज जी वो कहते मैं नहीं महाराज ये तुसी करा रहे हो, मैनू तो करनी नहीं आउंदी। तुसी रोज़ थड़ा दस के जाते हो, मैं भुल जाता हाँ। भाई रामा जी सेवा बराबर, समा बराबर है, सेवा भी बराबर करते हैं, पर यह गल आ गई कि मैं करता हाँ बस। गुरु की कृपा जे चंगी होगी, बाणी पढ़ेगी चंगे तरीके नाल, ये गुरु की बख्शिश है। पर आपां जे गलती हो जे कहते हैं ये गुरु का हुक्म सी, जे चंगा हाँ जी मैं बड़ी मेहनत की है, मैं बड़ी साधना की, मैं बड़ा कुछ किया है, फिर आपां दावा करन लग जाते हैं मेरो गुर प्रसाद मन मानिया। ये गुरु ने कृपा की, मेरा मन तां रब की बंदगी विच मन्निया भतीजिया गया और मेरे अंदरों भरम मिट गया। अविद्या, असमता, अज्ञान, द्वेष ये मिट गए और मैनू वो श्रेष्ठ रस नाम रस प्राप्त होया है। इस तरह भगत कबीर साहब जी पावन शब्द द्वारा बाणी द्वारा उपदेश बख्शिया है। सतगुरु जी मेहरामत करन, साडे हिरदे अंदर भी किणका मात्र गुरु दे शब्द की कला वरते, साडा पढ़िया सुनिया गाविया विचारिया होया ये लेखे विच लग जावे। सतगुरु ऐसी बख्शिश करन। होइयां भुल्लां दी खिमा जी। वाहिगुरू जी का खालसा, वाहिगुरू जी की फतेह।